ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਸਤਸੰਗੀ ਜਨੋ, ਆਪ ਬੜੇ ਹੀ ਧੰਤਾ ਦੇ ਯੋਗ, ਜੋ ਦੂਸਰੇ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਵੈਸ਼ਾਲੀ ਨਗਰ ਹਾਜ਼ਰੀਆਂ ਭਰ ਕਰਕੇ ਦੀਵਾਨ ਦੇ ਵਿੱਚ ਆਪਣੇ ਜੀਵਨ ਨੂੰ ਸਫਲ ਸੁਹੇਲਾ ਬਣਾ ਰਹੇ ਹੋ। ਜਿੱਥੇ ਅਸੀਂ ਸਰੀਰ ਕਰਕੇ ਤਨਦੇਹੀ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਆਪੋ ਆਪਣੇ ਮਨ ਦੀ ਇਕਾਗਰਤਾ ਨੂੰ ਕਾਇਮ ਕਰੀਏ। ਸਭ ਦੇ ਚਰਨਾਂ ਵਿੱਚ ਸੀਸ ਝੁਕਾਓ। ਰਸਨਾ ਤੋਂ ਕਰੋ ਉਚਾਰਨ, ਕੋਈ ਰਸਨਾ ਖਾਲੀ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪ ਸੁਭਾਇਮਾਨ ਹੋ ਕਰਕੇ ਭਾਈ ਸਾਹਿਬ ਜੀ ਦੇ ਪਾਸੋਂ ਜੋ ਸ਼ਬਦ ਸਰਵਣ ਕੀਤਾ, ਭੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਇਹ ਪੰਕਤੀਆਂ ਸਤਿਗੁਰੂ ਗੁਰੂ ਨਾਨਕ ਦੇ ਅਨੰਨ ਸਿੱਖ ਭਾਈ ਲਹਿਣਾ ਜੀ ਦੇ ਜੀਵਨ ਤੇ ਬੜੀਆਂ ਹੀ ਸਮਰਪਿਤ ਹਨ ਕਿ ਪਹਿਲਾਂ ਭੜਕੇ ਸੀ, ਭੁੱਲੇ ਸੀ, ਫਿਰ ਸਤਿਗੁਰੂ ਨੂੰ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਕੀਤਾ। ਅੱਜ ਉਹ ਮਹਾਨ ਦਿਨ ਹੈ ਕਿ ਜਿਸ ਗੁਰੂ ਦੀ ਯਾਦ ਦੇ ਵਿੱਚ ਅਸੀਂ ਸਭ ਦੇ ਚਰਨਾਂ ਵਿੱਚ ਯਤਨਸ਼ੀਲ ਹੋਏ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਜਦੋਂ ਇਸ ਸੰਸਾਰ ਵਿੱਚ ਆਏ, ਕਿਤੇ ਨਾ ਕਿਤੇ ਕੂੜ ਫਰੇਬ ਝੂਠ ਦਾ ਬੋਲਬਾਲਾ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿੱਥੇ ਉਹਨਾਂ ਨੂੰ ਸਮਰਪਿਤ ਹੋ ਕਰਕੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾਂ ਦੇ ਸਿੱਖਾਂ ਪਿਲਾਇਆ। ਨਾਲ ਇੱਕ ਹੋਰ ਅਸੀਂ ਬਚਨ ਪੜ੍ਹਦੇ ਹਾਂ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋ। ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਸੰਸਾਰ ਵਿੱਚ ਆਏ, ਆਪਣੀ ਸੁਰਤ ਨੂੰ ਉਸ ਅਕਾਲ ਪੁਰਖ ਦੇ ਨਾਲ ਕਾਇਮ ਕੀਤਾ। ਇਸੇ ਤਰ੍ਹਾਂ ਅਨੇਕਾਂ ਸਿੱਖਾਂ ਨੂੰ ਉਸ ਅਕਾਲ ਪੁਰਖ ਦੀ ਵਡਿਆਈ ਦੇ ਪਾਤਰ ਬਣਾਇਆ। ਉਹਨਾਂ ਸਿੱਖਾਂ ਦੇ ਵਿੱਚੋਂ ਇੱਕ ਮਹਾਨ ਸ਼ਖਸੀਅਤ ਕਿ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ, ਜਿਸ ਸਿੱਖ ਨੂੰ ਪਹਿਲਾਂ ਭਾਈ ਲਹਿਣਾ ਜੀ ਦੇ ਨਾਮ ਦੇ ਨਾਲ ਜਾਣਿਆ, ਉਸ ਤੋਂ ਬਾਅਦ ਦੇ ਵਿੱਚ ਥਾਪੜਾ ਪ੍ਰਾਪਤ ਹੋਣ ਦੇ ਸਦਕਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਸਤਿਗੁਰੂ ਗੁਰੂ ਅੰਗਦ ਮਹਾਰਾਜ ਜੀ ਦਾ ਜਨਮ ਅੱਜ ਦੇ ਦਿਨ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ
1504 ਈਸਵੀ ਨੂੰ ਮਾਤਾ ਦਇਆ ਜੀ ਦੀ ਕੁੱਖ ਦੇ ਵਿੱਚੋਂ ਹੁੰਦਾ ਏ ਤੇ ਪਿਤਾ ਦਾ ਨਾਂ ਹੈ ਭਾਈ ਫੇਰੂ। ਬੜੀ ਪਰਿਵਾਰ ਦੇ ਵਿੱਚ ਰੂਹਾਨੀਅਤ ਅਦਾ ਹੁੰਦੀ ਸੀ। ਜਦੋਂ ਪਿਛੋਕੜ ਜੀਵਨ ਨੂੰ ਤੱਕਿਆ ਜਾਂਦਾ ਏ, ਉਹਨਾਂ ਜੀਵਨਾਂ ਨੂੰ ਅਦਾ ਹੁੰਦੇ ਹੋਈਏ ਜਦੋਂ ਅਸੀਂ ਤੱਕਦੇ ਹਾਂ ਕਿਤੇ ਨਾ ਕਿਤੇ ਉਹ ਪੁਰਾਤਨ ਸਮਿਆਂ ਵਿੱਚ, ਚਾਹੇ ਪਿਤਾ ਜੀ ਚਾਹੇ ਉਹਨਾਂ ਦੇ ਦਾਦਾ ਜੀ ਦੇਵੀ ਦੇ ਉਪਾਸ਼ਕ ਸੀ। ਦੇਵੀ ਦੀ ਯਾਤਰਾ ਤੇ ਜਾਇਆ ਕਰਨਾ, ਜਿਵੇਂ ਆਮ ਤੌਰ ਤੇ ਕੋਈ ਸ਼ਰਧਾਲੂ ਇਕੱਠੇ ਹੋ ਕੇ ਯਾਤਰਾ ਤੇ ਜਾਂਦੇ, ਉਸੇ ਤਰ੍ਹਾਂ ਭਾਈ ਲਹਿਣਾ ਜੀ ਵੀ ਇਕੱਠੇ ਹੋ ਕਰਕੇ ਉਹਨਾਂ ਦੇ ਪਿਤਾ ਜੀ ਦੇਵੀ ਦੇ ਉਪਾਸ਼ਕ ਹੋ ਕਰਕੇ ਕਿਤੇ ਨਾ ਕਿਤੇ ਆਪਣੇ ਅੰਦਰ ਦੇਵੀ ਦਾ ਪਿਆਰ ਪੈਦਾ ਕਰਕੇ ਵੈਸ਼ਨੋ ਦੀ ਧਰਤੀ ਤੇ ਜਾਂਦੇ ਸੀ। ਉਹੀ ਇੱਥੋਂ ਤੱਕ ਕਿਵੇਂ ਨਾ ਕਿਵੇਂ ਮੁੜ ਗੁਰੂ ਨਾਨਕ ਦੇ ਦਰ ਤੇ ਆਏ। ਮੈਂ ਇਸ ਬਾਬਤ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਾਂਗਾ ਕਿ ਜਿਹੜੀ ਪੰਕਤੀ ਆਪ ਜੀ ਨੇ ਸਰਵਣ ਕੀਤੀ, ਐਸਾ ਗੁਰ ਵਡਭਾਗੀ ਪਾਇਆ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਵਿਚਰ ਰਹੇ। ਬੜੀ ਹੀ ਰੂਹਾਨੀਅਤ ਤੇ ਬੜੀ ਹੀ ਉਸ ਅਕਾਲ ਪੁਰਖ ਦੀ ਮਹਿਮਾ ਗਾਇਨ ਕਰ। ਭਾਈ ਲਹਿਣਾ ਜੀ ਦੇ ਮਨ ਦੇ ਵਿੱਚ ਕਿਤਨਾ ਪਿਆਰ ਜਾਗਣਾ। ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਗਿਆ, ਨਿਰੰਤਰ ਚਾਲ ਚੱਲਦਾ ਗਿਆ, ਭਾਈ ਲਹਿਣਾ ਜੀ ਆਪਣੇ ਦੋਸਤਾਂ ਦੇ ਨਾਲ, ਇਲਾਕੇ ਦੇ ਸੰਗਤਾਂ ਦੇ ਨਾਲ ਇਕੱਠਿਆਂ ਹੋ ਕਰਕੇ ਦੇਵੀ ਦੀ ਯਾਤਰਾ ਤੇ ਜਾਣਾ, ਉਪਾਸ਼ਕ ਬਣ ਕੇ ਜਾਂਦੇ ਸੀ। ਇੱਕ ਦਿਨ ਐਸਾ ਆਇਆ ਰਸਤੇ ਦੇ ਵਿੱਚ, ਇਹਨਾਂ ਨੇ ਭਾਈ ਜੋਧ ਜੀ ਨੂੰ ਤੱਕਿਆ, ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੇ ਬਾਵਜੂਦ ਆਪਣੀ ਰਸਨਾ ਤੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਗੁਣ ਗਾ ਰਹੇ ਸੀ। ਜਿਤ ਸੇਵੇ ਸੁਖ ਪਾਈਏ, ਸਾ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਹੋਈ ਕਿਉਂ ਕੱਲ। ਇਹ ਬਚਨ ਭਾਈ ਜੋਧ ਜੀ ਆਪਣੀ ਰਸਨਾ ਤੋਂ ਪੜ੍ਹ ਰਹੇ। ਭਾਈ ਲਹਿਣਾ ਜੀ ਨੇ ਜਦੋਂ ਇਹ ਬਚਨ ਸੁਣੇ ਤੇ ਕਹਿਣ ਲੱਗੇ, ਮਨੁੱਖਾ ਇਹ ਕਿਹਨਾਂ ਦੇ ਬਚਨ, ਕਿਹਨਾਂ ਦੀ ਤਲੀਮ। ਤੇ ਉਸ ਨਿਮਾਣੇ ਨੇ ਜਦ ਨਿਸ਼ਚਿਤ ਹੋ ਕੇ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਬੋਲ, ਜਿਹੜੇ ਹਿਰਦਿਆਂ ਦੇ ਵਿੱਚ ਠੰਡ ਪਾਉਣ ਵਾਲੇ ਬੋਲ। ਭਾਈ ਲਹਿਣਾ ਜੀ ਪੁੱਛਣ ਲੱਗੇ, ਗੁਰੂ ਨਾਨਕ ਕੌਣ ਹੈ? ਕਹਿਣ ਲੱਗੇ, ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਜੀਵਨ ਵਿੱਚ ਅਗਿਆਨਤਾ ਹੈ ਨਾ, ਉਹਨਾਂ ਦੇ ਮਨਾਂ ਦੇ ਵਿੱਚ ਗਿਆਨ ਦਾ ਚਾਨਣ ਕਾਇਮ ਕਰ। ਪੁੱਛਣ ਲੱਗੇ, ਕਹਿੰਦੇ ਅਸੀਂ ਉਹਨਾਂ ਦੇ ਨਾਲ ਮਿਲਾਪ ਕਰਨਾ। ਉਹਨਾਂ ਦੇ ਮਿਲਾਪ ਦੇ ਸਦਕਾ, ਭਾਈ ਜੋਧ ਜੀ ਦੇ ਬਚਨਾਂ ਦੇ ਸਦਕਾ ਭਾਈ ਲਹਿਣਾ ਜੀ ਦਾ ਮਿਲਾਪ ਗੁਰੂ ਨਾਨਕ ਮਹਾਰਾਜ ਜੀ ਨਾਲ ਹੁੰਦਾ। ਭਾਈ ਲਹਿਣਾ ਜੀ ਜਦੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਨਾ, ਅਸੀਂ ਇਸ ਵਿਚਾਰ ਦੇ ਬਾਬਤ ਸਾਰੇ ਜਾਣਦੇ ਹਾਂ ਕਿ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੁੰਦੇ ਆਏ, ਰਸਤਾ ਪੁੱਛਦੇ ਨੇ ਤੇ ਸਾਹਮਣੇ ਨਾਲ ਹੀ ਗੁਰੂ ਨਾਨਕ ਮਹਾਰਾਜ ਜੀ ਮਿਲ ਪੈਂਦੇ। ਗੁਰੂ ਨਾਨਕ ਮਹਾਰਾਜ ਜੀ ਤੋਂ ਪੁੱਛਦੇ ਨੇ ਕਿ ਅਸੀਂ ਪਹਿਲੇ ਪਿਤਾ ਦੇ ਦਰ ਤੇ ਜਾਣਾ। ਸਤਿਗੁਰੂ ਦੱਸਦੇ ਨੇ, ਕਹਿੰਦੇ ਨੇ ਕਿ ਘੋੜੀ ਦੀ ਲਗਾਮ ਫੜ ਕੇ ਆਪ ਅੱਗੇ ਅੱਗੇ ਚੱਲ ਰਹੇ ਸੀ। ਭਾਈ ਲਹਿਣਾ ਜੀ ਘੋੜੀ ਉੱਪਰ ਬੈਠੇ ਹੋਏ ਸੀ। ਜਦੋਂ ਕਹਿੰਦੇ ਜਿੱਥੇ ਗੁਰਗੱਦੀ ਤੇ ਸੁਭਾਏਮਾਨ ਹੁੰਦੇ ਸੀ ਨਾ, ਭਾਈ ਲਹਿਣਾ ਜੀ ਘੋੜੀ ਬਾਹਰ ਬੰਨ ਰਹੇ ਸੀ, ਸਤਿਗੁਰੂ ਅੰਦਰ ਆਪ ਗਏ ਸੀ। ਇਹ ਨਹੀਂ ਸੀ ਪਤਾ ਕਿ ਲਗਾਮ ਜਿਹੜੀ ਹੈ ਸਤਿਗੁਰੂ ਨੇ ਫੜੀ ਸੀ। ਜਦੋਂ ਅੰਦਰ ਗਏ ਤੇ ਦੇਖਿਆ ਉਹੀ ਨੇ ਕਿ ਜਿਨ੍ਹਾਂ ਨੇ ਲਗਾਮ ਫੜੀ ਸੀ ਤੇ ਅੱਗੇ ਅੱਗੇ ਪੈਦਲ ਚੱਲ ਕੇ ਆਏ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਚ ਝੁਕ ਗਏ। ਭਾਈ ਲਹਿਣਾ ਜੀ ਕਹਿਣ ਲੱਗੇ, ਦਾਤਾ ਜੀ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਲਗਾਮ ਫੜਨੀ ਸੀ ਤੇ ਤੁਹਾਨੂੰ ਘੋੜੀ ਦੇ ਉੱਪਰ ਸਵਾਰੀ ਕਰਕੇ ਲੈ ਕੇ ਆਉਣੀ ਸੀ। ਮੈਨੂੰ ਇਸ ਗੱਲ ਦੇ ਬਾਰੇ ਨਹੀਂ ਸੀ ਪਤਾ ਕਿ ਤੁਸੀਂ ਲਗਾਮ ਫੜਨ ਵਾਲੇ ਹੀ ਆਤਮਿਕ ਆਨੰਦ ਦੇਣ ਵਾਲੇ ਹੋ, ਗਿਆਨ ਦਾ ਰਸ ਦੇਣ ਵਾਲੇ ਹੋ, ਗਿਆਨ ਦੀ ਸ਼ੋਭ। ਸਾਹਿਬ ਦੇ ਚਰਨਾਂ 'ਚ ਝੁਕ ਕੇ ਕਹਿਣ ਲੱਗੇ, ਦਾਤਾ ਬਖਸ਼ ਦਿਓ, ਕਿਰਪਾ ਕਰੋ। ਸੀਸ ਨਿਵਾ ਦਿੱਤਾ, ਸੀਸ ਚੱਕ ਨਹੀਂ ਰਹੇ। ਪਾਤਸ਼ਾਹ ਜੀ ਨੇ ਚੁੱਕਿਆ, ਗਲ ਵਕੜੀ ਨਾਲ ਲਾਇਆ। ਕਹਿਣ ਲੱਗੇ, ਗੁਰਮੁਖਾ ਤੇਰਾ ਨਾਮ ਕੀ, ਕਿੱਥੋਂ ਆਇਆ? ਕਹਿਣ ਲੱਗੇ, ਸਤਿਗੁਰੂ ਮੇਰਾ ਆਗਮਨ ਮੱਤੇ ਦੀ ਸਰਾਂ ਤੇ ਹੋਇਆ। ਦਰਸ਼ਨ ਦੀਦ ਨੇ ਕਰਦਾ ਸੀ, ਵੈਸ਼ਨੋ ਦਾ ਉਪਾਸ਼ਕ ਸੀ, ਕਿਤੇ ਨਾ ਕਿਤੇ ਭੜਕਦਾ ਹੋਇਆ ਤੇਰੇ ਦਰ ਤੇ ਆ ਗਿਆ। ਪਾਤਸ਼ਾਹ ਕਹਿਣ ਲੱਗੇ, ਨਾਮ ਕੀ ਹੈ? ਕਹਿਣ ਲੱਗੇ, ਭਾਈ ਲਹਿਣਾ। ਕਹਿੰਦੇ, ਲਹਿਣਾ ਤਾਂ ਹੈ ਪਰ ਅੱਛੀ ਨਹੀਂ ਪੈਂਦੀ। ਇਹੋ ਜਿਹੀ ਇੱਥੋਂ ਤੱਕ ਦਾਤਾਂ ਉਸੇ ਦਿਨ ਤੋਂ ਹੀ ਜਾਣ ਲਈਆਂ ਸੀ, ਪਰ ਸਤਿਗੁਰੂ ਜੀ ਕਿਤੇ ਨਾ ਕਿਤੇ
ਉਸ ਸ਼ਖਸ ਨੂੰ ਤੱਕਣਾ ਸੀ, ਉਸ ਹਿਰਦੇ ਨੂੰ ਉਦੋਂ ਆਵਾਜ਼ ਤੇ ਲਿਆ, ਪਰ ਪਰਖ ਤਾਂ ਲੈਣੀ ਪੈਂਦੀ। ਅੱਜ ਵੀ ਕਿਸੇ ਉਸਤਾਦ ਦੇ ਕੋਲੋਂ ਕੋਈ ਬੱਚਾ ਸਿੱਖਿਆ ਲਵੇ, ਇੱਕ ਗੱਲ ਉਸਤਾਦ ਇਹ ਕਹਿ ਦਿੰਦਾ ਕਿ ਪੁੱਤਰ ਤੈਨੂੰ ਥਾਪੜਾ ਦਿੱਤਾ, ਤੇਰੇ ਸਿਰ ਦੇ ਉੱਪਰ ਸਾਡਾ ਹੱਥ ਹੈ, ਅੱਜ ਤੋਂ ਤੂੰ ਦੁਨੀਆ ਦੇ ਵਿੱਚ ਵਿਚਰ ਸਕਦਾ ਹੈ, ਕਾਮਯਾਬੀ ਤੇਰੇ ਪੈਰ ਤੋਂ। ਕਿਉਂਕਿ ਸਿਰ ਦੇ ਉੱਪਰ ਹੱਥ ਉਸਤਾਦ ਦਾ ਹੁੰਦਾ ਹੈ, ਉਸਤਾਦ ਗੁਰੂ ਹੁੰਦਾ ਹੈ, ਉਹ ਗਿਆਨ ਦੀਆਂ ਬਰਕਤਾਂ ਅਗਿਆਨੀ ਦੇ ਅੰਦਰ ਪਾ ਕੇ ਉਹਨੂੰ ਗਿਆਨਵਾਨ ਕਰਦਾ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਪਰਖ ਲੈਣੀ ਸ਼ੁਰੂ ਕੀਤੀ, ਕਹਿਣ ਲੱਗੇ ਹੁਣ ਸਮਾਂ ਆਇਆ ਪਰਖ ਲੈਣ ਦਾ। ਇੱਕ ਸਮਾਂ ਕਰਤਾਰਪੁਰ ਦੀ ਧਰਤੀ ਤੇ ਜਿਸ ਤਰ੍ਹਾਂ ਆਪ ਉਸ ਨੂੰ ਸੰਗਤਾਂ ਇਕੱਤਰਿਤ ਹੋ ਕੇ ਬੈਠੀਆਂ ਨਾ ਸਤਿਗੁਰੂ ਦੇ ਚਰਨਾਂ, ਉਸੇ ਬਾਬਾ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਤੇ ਆਈਆਂ ਸੰਗਤਾਂ ਇਕੱਠੀਆਂ ਹੋਈਆਂ। ਪਾਤਸ਼ਾਹ ਕਹਿਣ ਲੱਗੇ ਅੱਜ ਇਹਨਾਂ ਸਮੂਹ ਸੰਗਤਾਂ ਨੂੰ ਮਠਿਆਈ ਵੰਡੀ ਜਾਵੇ। ਤੇ ਅਨੰਨ ਜਿਹੜੇ ਪੁੱਤਰ ਸੀ ਨਾ ਉਹਨਾਂ ਦੇ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲక్ష్ਮੀ ਦੇ ਬਾਬਾ ਲక్ష్ਮੀ ਦਾਸ ਜੀ, ਉਹਨਾਂ ਦੋਵਾਂ ਨੇ ਤੱਕਿਆ, ਕਹਿਣ ਲੱਗੇ ਪਿਤਾ ਜੀ ਨੇ ਸਾਨੂੰ ਬਚਨ ਕਹਿਣੇ ਨੇ, ਲਾਗੇ ਭਾਈ ਲਹਿਣਾ ਜੀ ਦੀ ਸੰਗਤ ਦੇ ਵਿੱਚ। ਪਹਿਲਾਂ ਦੇਖੋ ਜੀ ਆਵਾਜ਼ ਦਿੱਤੀ, ਕਹਿਣ ਲੱਗੇ ਪੁੱਤਰ ਸੰਗਤਾਂ ਨੂੰ ਮਠਿਆਈ ਦੇਣੀ। ਬਾਬਾ ਸ਼੍ਰੀ ਚੰਦ ਜੀ ਆਏ, ਕਹਿਣ ਲੱਗੇ ਪਿਤਾ ਜੀ ਕੈਸੀਆਂ ਗੱਲਾਂ ਕਰਦੇ ਪਏ ਜੇ, ਸਮਾਂ ਥੋੜਾ ਏ, ਇੰਨੀ ਸੰਗਤ ਦਾ ਇਕੱਠ, ਮਠਿਆਈ ਕਿੱਥੋਂ ਲੈ ਕੇ ਆਓ। ਪਾਤਸ਼ਾਹ ਕਹਿਣ ਲੱਗੇ ਆ ਜੰਗ ਦਾ ਰੁੱਖ ਤੱਕਦਾ ਹੈ ਨਾ ਪੁੱਤਰ, ਕਹਿਣ ਲੱਗੇ ਪਿਤਾ ਜੀ ਤੱਕ ਲਿਆ। ਕਹਿਣ ਲੱਗੇ ਇਹਦੇ ਉੱਪਰ ਚੜ੍ਹ ਤੇ ਥੱਲੇ ਕੱਪੜਾ ਵਿਛਾ ਲੈ, ਤੂੰ ਜੰਗ ਨੂੰ ਹਿਲਾਵੇਂਗਾ ਨਾ ਇੱਥੋਂ ਮਠਿਆਈ ਡੇਗੇ। ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਪਿਤਾ ਜੀ ਕੈਸੀਆਂ ਗੱਲਾਂ ਕਰਦੇ ਹੋ, ਤੁਹਾਡੀ ਉਮਰ ਜ਼ਿਆਦਾ ਹੋ ਗਈ ਹੈ, ਜੰਗ ਦੇ ਉੱਪਰ ਮਠਿਆਈ ਕਿਵੇਂ ਨੱਚੇਗੀ। ਸਤਿਗੁਰੂ ਕਹਿਣ ਲੱਗੇ ਤੂੰ ਚੜ੍ਹ ਤਾਂ ਸਹੀ। ਬਾਬਾ ਸ਼੍ਰੀ ਚੰਦ ਜੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਗੁਰੂ ਪਿਤਾ ਜੀ ਅਸੀਂ ਨਹੀਂ ਚੜ੍ਹ ਸਕਦੇ, ਇਹ ਜੰਡ ਦਾ ਰੁੱਖ ਹੈ, ਤੁਹਾਡੇ ਮਗਰ ਲੱਗ ਕੇ ਮੈਂ ਸੰਗਤਾਂ ਤੋਂ ਬੇਇੱਜ਼ਤੀ ਥੋੜੀ ਨਾ ਕਰਾਉਣੀ, ਨਰਾਦਰੀ ਹੋ ਜਾਵੇ। ਫਿਰ ਦੂਸਰੇ ਪੁੱਤਰ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਪੁੱਤਰ ਤੂੰ ਤਾਂ ਹੁਕਮ ਮੰਨ, ਹੁਕਮ ਮੰਨਣ ਦੀ ਗੱਲ ਸੀ ਉੱਥੇ, ਇਹ ਨਹੀਂ ਕਿ ਜੰਡ ਤੋਂ ਮਠਿਆਈ ਦੇ ਦਿੰਦੀ ਆ। ਬਾਬਾ ਲక్ష్ਮੀ ਦਾਸ ਜੀ ਨੇ ਸਤਿਗੁਰੂ ਪਿਤਾ ਦੀ ਆਵਾਜ਼ ਨੂੰ ਸੁਣਿਆ, ਕਹਿਣ ਲੱਗੇ ਦੱਸੋ ਪਿਤਾ ਜੀ। ਉਹਨਾਂ ਨੂੰ ਇਹੀ ਵਚਨ ਕਿਹਾ, ਕਹਿਣ ਲੱਗੇ ਜੇ ਵੱਡੇ ਭਰਾਤਾ ਜੀ ਕਹਿ ਰਹੇ ਨੇ ਨਾ ਪਿਤਾ ਜੀ, ਉਹਨਾਂ ਦਾ ਵਚਨ ਸੱਚਾ ਹੈ, ਤੁਹਾਡੀ ਉਮਰ ਮੇਰੀ ਹੋ ਗਈ ਤੇ ਤੁਸੀਂ ਐਸੀਆਂ ਗੱਲਾਂ ਕਰਦੇ ਪਏ, ਤੁਹਾਡੀਆਂ ਗੱਲਾਂ ਤੇ ਸਾਡਾ ਵਿਸ਼ਵਾਸ ਨਹੀਂ ਵੱਧ ਰਿਹਾ। ਭਾਈ ਲਹਿਣਾ ਜੀ ਲਾਗੇ ਖੜੇ ਹੋਏ, ਅੱਗੇ ਹੋਏ, ਜਦੋਂ ਉਹਨਾਂ ਨੂੰ ਵਚਨ ਕਿਹਾ ਕਿ ਜੰਡ ਦੇ ਉੱਪਰ ਚੜ੍ਹ ਕਰਕੇ ਜਿਹੜੀ ਇਹਨਾਂ ਮਠਿਆਈ ਤੁਸੀਂ ਨਹੀਂ ਤੋੜ ਸਕਦੇ, ਉਹਨੂੰ ਰੁੱਖ ਨੂੰ ਹਿਲਾਓ, ਆਪੇ ਕੱਪੜੇ ਤੇ ਡਿੱਗ ਜਾਵੇ। ਭਾਈ ਲਹਿਣਾ ਜੀ ਨੇ ਇਹ ਗੱਲ ਨਹੀਂ ਸੋਚੀ ਕਿ ਗੁਰੂ ਜੀ ਕੀ ਵਚਨ ਬੋਲ ਰਹੇ ਨੇ, ਪਰ ਸਤਿਗੁਰੂ ਦਾ ਹੁਕਮ ਮੰਨ ਕੇ ਥੱਲੇ ਜੰਡ ਦੇ ਕੱਪੜਾ ਵਿਛਾ ਕੇ ਨਾ ਆਪ ਜੰਡ ਦੇ ਉੱਪਰ ਚੜ੍ਹ ਗਏ। ਤੇ ਬਾਬਾ ਸ਼੍ਰੀ ਚੰਦ ਜੀ ਆਵਾਜ਼ ਦਿੰਦੇ ਨੇ, ਕਹਿਣ ਲੱਗੇ ਭਾਈ ਲਹਿਣਾ ਜੀ ਇੱਕ ਬੇਨਤੀ ਸੁਣਿਓ ਜੀ। ਕਹਿਣ ਲੱਗੇ ਦੱਸੋ ਪੁੱਤਰ ਜੀ ਕਿਹੜੀ ਬੇਨਤੀ। ਕਹਿਣ ਲੱਗੇ ਇਹ ਬੇਨਤੀ ਸੁਣੋ। ਕਹਿਣ ਲੱਗੇ ਇਹ ਜੰਡ ਹੈ, ਜੰਡ ਤੋਂ ਮਠਿਆਈ ਕਿਵੇਂ ਡਿੱਗੇਗੀ, ਤੁਹਾਡੀ ਨਰਾਦਰੀ ਹੋ ਜਾਣੀ, ਤੁਸੀਂ ਥੱਲੇ ਉਤਰ ਆਓ। ਹੱਥ ਜੋੜ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਕਹਿਣ ਲੱਗੇ ਮੈਨੂੰ ਇਹ ਨਹੀਂ ਜੇ ਪਤਾ ਕਿ ਜੰਡ ਤੋਂ ਮਠਿਆਈ ਡਿੱਗੇਗੀ, ਪਰ ਮੈਂ ਤਾਂ ਇੱਕੋ ਹੀ ਬੋਲ ਜਿਹੜਾ ਆਪਣੇ ਜੀਵਨ 'ਚ ਪਕਾਇਆ ਹੈ ਕਿ ਮੈਂ ਧੰਨ ਗੁਰੂ ਨਾਨਕ ਮਹਾਰਾਜ ਦਾ ਵਚਨ ਆਪਣੇ ਜੀਵਨ ਵਿੱਚ ਪ੍ਰਵਾਨ ਕਰਾਂ। ਮੈਨੂੰ ਕੇਵਲ ਤਾਂ ਕੇਵਲ ਵਚਨ ਮੰਨਣ ਦੀ ਇੱਥੋਂ ਤੱਕ ਜਾਂਚ ਜਿਹੜੀ ਹੈ ਨਾ ਉਹ ਆ ਜਾਵੇ ਕਿ ਮੈਂ ਬਚਾਂ। ਹੁਣ ਤੱਕੋ ਚੱਕੜ ਦੇ ਵਿੱਚ ਲੋਟਾ ਸੁੱਟ ਦੇਣਾ ਤੇ ਫਿਰ ਇਹ ਗੱਲ ਕਹਿ ਦਿੱਤੀ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਕਿ ਪੁੱਤਰੋ ਆ ਲੋਟਾ ਕੱਢ ਕੇ ਲੈ ਕੇ ਆਓ ਚੱਕੜ ਦੇ। ਪਾਣੀ ਥੋੜਾ ਚੱਕੜ ਜ਼ਿਆਦਾ ਸੀ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਪਿਤਾ ਜੀ ਜੇ ਤੁਹਾਨੂੰ ਪਤਾ ਸੀ ਕਿ ਚੱਕੜ ਦੇ ਵਿੱਚੋਂ ਲੋਟਾ ਕੱਢਣਾ ਹੈ ਤੁਸੀਂ ਸੁੱਟ ਕਰਕੇ ਤੇ ਤੁਸੀਂ ਸੁੱਟਿਆ ਹੀ ਕਿਉਂ। ਉੱਥੇ ਫਰਕ ਸੀ। ਕਹਿਣ ਲੱਗੇ ਸਾਡੇ ਕੱਪੜੇ ਜਿਹੜੇ ਤਨ ਤੇ ਪਾਏ ਹੋਏ ਖਰਾਬ ਹੋ ਜਾਣਗੇ। ਸਾਡੇ ਕਿੰਨੇ ਸੇਵਕ ਨੇ, ਆਪਾਂ ਕਿਸੇ ਸੇਵਕ ਨੂੰ ਆਵਾਜ਼ ਦੇ ਕੇ ਗੱਲ ਕਹਿ ਦਿੰਦੇ ਕਿ ਚੱਕੜ ਦੇ ਵਿੱਚੋਂ ਲੋਟਾ ਕੱਢ ਕੇ ਲੈ ਆਓ। ਉਹਨਾਂ ਸੇਵਕਾਂ ਦੇ ਵਿੱਚੋਂ ਫਿਰ ਕਹਿੰਦੇ ਭਾਈ ਲਹਿਣਾ ਜੀ ਜਿਨ੍ਹਾਂ ਦਾ ਅੱਜ ਆਤਮਾ ਹੁਣ ਤੱਕੋ ਐਸੇ ਇੱਥੋਂ ਤੱਕ ਰੂਹਾਨੀਅਤਾਂ ਜੀਵਨ ਦੇ ਵਿੱਚ ਅਦਾ ਹੋਣੀਆਂ ਤੇ ਪਰਖ ਜਿਹੜੀ ਇਹਨਾਂ ਸਤਿਗੁਰੂ ਤਿਵੇਂ ਲੈਂਦੇ ਕਿ ਇਹ ਨਹੀਂ ਕਿ ਇੱਕ ਪਰਖ ਨੂੰ ਅਦਾ ਕਰਨਾ। ਜਦੋਂ ਕਹਿੰਦੇ ਇੱਕ ਸਮਾਂ ਭਿਆਨਕ ਸਰੂਪ ਜਿਹੜਾ ਇਹਨਾਂ ਆਪਣੇ ਤੇ ਧਾਰਨ ਕੀਤਾ, ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖੇ। ਅਸੀਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਬਹੁਤ ਘੱਟ ਜਿਹੜਾ ਇਹਨਾਂ ਮੰਨਾਂਗੇ।
ਪਰ ਕਿਤੇ ਇਹਨਾਂ ਸਾਖੀਆਂ ਦੇ ਵਿੱਚ ਸਿੱਖਿਆ ਬਹੁਤ ਜਿਹੜੀ ਪ੍ਰਾਪਤ ਹੁੰਦੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਹਵਾਲਾ ਦਿੰਦੇ ਨੇ ਕਵੀ ਜੀ ਕਹਿੰਦੇ ਕਿ ਭਿਆਨਕ ਸਰੂਪ ਬਣਾਇਆ। ਪਿੱਛੇ ਸਾਰੀਆਂ ਸੰਗਤਾਂ ਜਿਹੜੀਆਂ ਲੱਗੀਆਂ ਗੁਰੂ ਨਾਨਕ ਮਹਾਰਾਜ ਜੀ ਦੇ ਹੱਥ ਦੇ ਵਿੱਚ ਲੈ ਸੋਟਾ ਕੁੱਤੇ ਅੱਗੇ ਲੱਗੇ ਹੋਏ ਨੇ, ਜੰਗਲਾਂ ਦੇ ਵੱਲ ਤੁਰ ਪਏ। ਸਾਰੀਆਂ ਸੰਗਤਾਂ ਕਹਿਣ ਲੱਗੀਆਂ ਇਹ ਤਾਂ ਦੇਖੋ ਜੀ ਕੈਸਾ ਭਿਆਨਕ ਸਰੂਪ ਬਣ ਗਿਆ ਹੈ। ਸਾਰੀਆਂ ਸੰਗਤਾਂ ਆਪਣੇ ਘਰਾਂ ਨੂੰ ਵਾਪਸ ਹੋ ਗਈਆਂ। ਅੱਧੀਆਂ ਥੋੜ੍ਹੀਆਂ ਜਿਹੜੀਆਂ ਬਚੀਆਂ ਸੀ ਕਹਿੰਦੇ ਆਪਣੀ ਜੇਬ ਦੇ ਵਿੱਚ ਸੋਨੇ ਦੇ ਸਿੱਕੇ ਪਾਤਸ਼ਾਹ ਨੂੰ ਸੁੱਟ ਦਿੱਤੇ। ਉਹਨਾਂ ਨੂੰ ਚੁੱਕ ਕੇ ਕਹਿੰਦੇ ਉਹ ਵੀ ਜਿੰਨਾ ਚਿਰ ਗੁਰੂ ਦੇ ਕੋਲੋਂ ਮਿਲ ਜਾਣਾ ਨਾ ਉਹ ਸਿੱਕੇ ਲੈ ਕੇ ਕਹਿੰਦੇ ਉਹ ਵੀ ਵਾਪਸ ਹੋ ਗਏ। ਪਿੱਛੇ ਮੁਕੇ ਦੇਖਿਆ ਤੇ ਅਨੰਦ ਸਿੱਖ ਜਿਹੜੇ ਥੋੜੇ ਗਿਣਤੀ ਵਾਲੇ ਬੱਚੇ ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਸਾਹਿਬ ਹੁਣ ਤੱਕ ਉਹ ਕਹਿੰਦੇ ਇਹਨਾਂ ਨਿਮਾਣਿਆਂ ਨੂੰ ਨਾ ਜਿਹੜੀ ਸੋਟੀ ਹੱਥ 'ਚ ਫੜੀ ਸੀ ਨਾ ਉਹ ਵੀ ਮਾਰਨਾ ਸ਼ੁਰੂ ਕਰ ਲਈਏ। ਪਰ ਇਹ ਗੱਲ ਕਹਿ ਦਿੱਤੀ ਦਾਤਾ ਜਿੰਨੀਆਂ ਮਰਜ਼ੀ ਸ਼ੰਕਾ ਮਾਰੋ ਪਰ ਅਸੀਂ ਤੇਰਾ ਦਰ ਨਹੀਂ ਛੱਡ ਸਕਦੇ। ਭਾਈ ਲਹਿਣਾ ਜੀ ਨੂੰ ਪੁੱਛਿਆ, ਕਹਿਣ ਲੱਗੇ ਤੁਸੀਂ ਕਿਉਂ ਨਹੀਂ ਪਰਤ ਕੇ ਜਾਂਦੇ ਵਾਪਸ? ਕਹਿਣ ਲੱਗੇ ਉਹਨਾਂ ਦੇ ਤੇ ਘਰ ਨੇ, ਉਹ ਆਪੋ ਆਪਣੇ ਘਰਾਂ ਨੂੰ ਮੁੜ ਗਏ ਨੇ। ਸਾਡਾ ਦਰ ਤੇ ਸਾਡਾ ਘਰ ਵੀ ਤੇਰੇ ਚਰਨਾਂ ਦੀ ਇੱਥੋਂ ਤੱਕ ਥਾਂ ਹੈ। ਅਸੀਂ ਤੇਰੇ ਕੋਲ ਰਹਿ ਕੇ ਇੱਥੋਂ ਤੱਕ ਆਸਰਾ ਤੱਕ ਐਸੀਆਂ ਕਹਿੰਦੇ ਜੀਵਨ ਦੇ ਵਿੱਚ ਬਰਕਤਾਂ ਸੀ। ਭਾਈ ਨਦੀਨ ਪਟਨਾ ਦੇਖੋ ਜੀ, ਤੇ ਉਹ ਪੰਡ ਜਿਹੜੀ ਸੀ ਨਦੀਨ ਦੀ ਕਹਿੰਦੇ ਸਿਰ ਦੇ ਉੱਪਰ ਚੱਕ ਲੈਣੀ, ਚਿੱਟੇ ਵਸਤਰ ਪਾਏ ਸੀ। ਪਿਤਾ ਦੁਕਾਨਦਾਰੀ ਕਰਦੇ ਸੀ, ਸ਼ਾਹੀ ਕੰਮ ਸੀ। ਜੇ ਚਾਹੁੰਦੇ ਭਾਈ ਲਹਿਣਾ ਦੀ ਦੁਕਾਨਦਾਰੀ ਸਾਂਭ ਸਕਦੇ ਸੀ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਰਨ 'ਚ ਰਹਿ ਕੇ ਸੇਵਾ ਕੀਤੀ। ਸਿਮਰਨ ਦੇ ਸਦਕਾ ਕਹਿੰਦੇ ਇੰਨਾ ਕੁ ਜੀਵਨ ਉੱਚਾ ਹੋ ਜਾਣਾ ਹੈ ਕਿ ਗੁਰੂ ਦੀ ਪਦਵੀ ਤੱਕ ਜਿਹੜਾ ਇਹਨਾਂ ਨੇ ਪਹੁੰਚਣਾ। ਜਦੋਂ ਨਦੀਨ ਪਟਾ ਰਹੇ ਸੀ ਨਾ ਤੇ ਇਹ ਗੱਲ ਗੁਰੂ ਨਾਨਕ ਮਹਾਰਾਜ ਜੀ ਦੀ ਧਰਮ ਪਤਨੀ ਨੇ ਕਹੀ ਸੀ। ਕਹਿਣ ਲੱਗੇ ਸਿਰ ਦੇ ਸਾਈਂ ਕਿਉਂ ਇਹੋ ਜਿਹਾ ਕੰਮ ਕਰਾ ਰਹੇ ਨੇ? ਕਹਿਣ ਲੱਗੇ ਅਸੀਂ ਪਰਖ ਲੈਣੀ ਚਾਹੁੰਦੇ ਹਾਂ। ਚਿੱਟੇ ਵਸਤਰ ਪਾਏ ਸੀ। ਇੱਕ ਵਾਰੀ ਕਹਿਣ ਦੀ ਗੱਲ ਸੀ ਕਿ ਨਦੀਨ ਪੱਟਣਾ, ਉਸੇ ਵੇਲੇ ਜਿਹੜਾ ਜ਼ਿਕਰ ਨਦੀਨ ਪੱਟਣ ਲਈ ਜ਼ਮੀਨ ਦੇ ਵਿੱਚ ਵੜ ਗਿਆ ਸੀ। ਜਿਹੜੇ ਤੇ ਮੇਰੇ ਕਿਸਾਨ ਵੀਰ ਭਾਈ ਹੋਣਗੇ ਨਾ ਉਹਨਾਂ ਨੂੰ ਇਸ ਗੱਲ ਦੇ ਬਾਰੇ ਪਤਾ ਹੋਵੇਗਾ ਕਿ ਨਦੀਨ ਪੱਟਣਾ ਕਿੰਨਾ ਔਖਾ ਹੁੰਦਾ ਹੈ। ਉਹ ਵੀ ਚਿੱਟੇ ਵਸਤਰ ਪਾ ਕੇ ਨਦੀਨ ਪੱਟਣ ਦੀ ਵਿਚਾਰਧਾਰਾ ਭਾਈ ਲਹਿਣਾ ਜੀ ਪ੍ਰਾਪਤ। ਜਦੋਂ ਪੰਡ ਪੱਟ ਲਈ ਨਾ ਤੇ ਗੱਲ ਕਹੀ ਕਹਿਣ ਲੱਗੇ ਹੁਣ ਸਿਰ ਦੇ ਵਿੱਚ ਉਹ ਸਿਰ ਤੇ ਚੱਕੀ ਤੇ ਸਾਰਾ ਜਿਹੜਾ ਇਹ ਨਦੀਨ ਦਾ ਚੱਕਰ ਸੀ ਨਾ ਪੱਟਿਆ ਹੋਇਆ ਉਹ ਸਾਰਾ ਦੇਖੋ ਜੀ ਵਸਤਰਾਂ ਦੇ ਉੱਪਰ ਜੋੜਿਆ ਸੀ। ਕੋਈ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਭਾਈ ਲਹਿਣਾ ਜੀ ਨੇ ਗੱਲ ਕਹੀ ਕਿ ਗੁਰੂ ਨਾਨਕ ਦਾ ਹੁਕਮ ਪ੍ਰਵਾਨ ਕਰਨਾ ਸੀ। ਬਸ ਕੇਵਲ ਤਾਂ ਕੇਵਲ ਅਸੀਂ ਮੁਥਾਜੀ ਹੋਣਾ ਹੈ ਗੁਰੂ ਨਾਨਕ ਮਹਾਰਾਜ ਦੇ ਹੁਕਮ ਨੂੰ। ਜਦੋਂ ਇਹਨਾਂ ਹੁਕਮਾਂ ਨੂੰ ਕਿਤੇ ਨਾ ਕਿਤੇ ਪ੍ਰਵਾਨ ਕੀਤਾ, ਐਸੀ ਸ਼ਖਸੀਅਤ ਦੇ ਮਾਲਕ ਬਣੇ ਸੀ ਭਾਈ ਲਹਿਣਾ ਜੀ ਕਿ ਜਦੋਂ ਥਾਪੜਾ ਮਿਲਿਆ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ। ਜਿਹੜਾ ਗੁਰੂ ਕਹਿੰਦੇ ਪਰਖਾਂ ਲੈ ਰਿਹਾ ਸੀ ਨਾ ਜਿੱਦਣ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਉਦੋਂ ਨਮਸਕਾਰ ਵੀ ਉਸ ਗੁਰੂ ਨਾਨਕ ਨੇ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ ਕਰ ਦਿੱਤੀ। ਕਿੰਨੀ ਵੱਡੀ ਇਹ ਗੱਲ ਹੈ ਕਿ ਸਿੱਖ ਦੇ ਚਰਨਾਂ ਦੇ ਵਿੱਚ ਗੁਰੂ ਝੁਕ ਜਾਵੇ। ਤੇ ਭਾਗਾਂ ਵਾਲੇ ਪੁਰਖੋ ਗੁਰੂ ਤਾਂ ਝੁਕਦਾ ਹੈ ਜੇ ਅਸੀਂ ਕਿਤੇ ਨਾ ਕਿਤੇ ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਿਆਰੇ ਬੋਲ ਨੇ, ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਅਸੀਂ ਇੱਕ ਮਨ ਦੇ ਵਿੱਚ ਅਦੁੱਤੀ ਵਿਚਾਰ ਜਿਹੜੀ ਪੈਦਾ ਕਰਦੇ ਹਾਂ ਕਿ ਦਾਤਾ ਬੜਾ ਸੁਨਹਿਰੀ ਸਮਾਂ ਪ੍ਰਾਪਤ ਹੁੰਦਾ ਹੈ ਤੇਰੇ ਸਿੱਖ ਨੂੰ ਕਿ ਜਿਹੜਾ ਗੁਰਦੁਆਰੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਸੇਵਾ ਕਰਦਾ ਹੈ। ਇਹ ਬਚਨ ਕਬੂਲਦਾ ਹੈ ਆਪਣੇ ਜੀਵਨ ਵਿੱਚ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ ਬੰਦਾ ਸੇਵਾ ਜ਼ਰੂਰ ਕਰਦਾ ਹੈ ਪਰ ਆਸੇ ਪਾਸੇ ਦੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਕਰਨੀਆਂ ਸੀ ਤਿਆਗ ਕਰ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਬਰਤਨ ਧੋਣ ਦੀ ਸੇਵਾ ਹੁੰਦੀ ਹੈ ਦੇਖਿਆ ਕਰੀਏ ਮਾਈਆਂ ਆਸੇ ਪਾਸੇ ਦੀਆਂ ਗੱਲਾਂ, ਕਿਤੇ ਨਾ ਕਿਤੇ ਵੀਰ ਭਰਾ ਗੁਰਦੁਆਰੇ ਸੇਵਾ ਕਰਦੇ ਹੋਣ, ਆਂਢੀਆਂ ਗੁਆਂਢੀਆਂ ਦੀਆਂ ਗੱਲਾਂ, ਰੱਬ ਦਾ ਵਾਸਤਾ ਜੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਗੁਰਦੁਆਰੇ ਸੇਵਾ ਕਰਦੇ ਸਮੇਂ ਨਾ ਕਰੀਏ। ਜਿੰਨਾ ਵੀ ਸਿਮਰਨ ਹੁੰਦਾ ਹੈ ਉਹਨਾਂ ਅਸੀਂ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਚਾਹੁੰਦੇ। ਭਾਈ ਲਹਿਣਾ ਜੀ ਵੀ ਕਹਿ ਸਕਦੇ ਸੀ ਕਿ ਦਾਤਾ ਤੁਹਾਡੇ ਪੁੱਤਰ ਤਾਂ ਦੇਖੋ ਜੀ ਕਿੰਨੇ ਨਲਾਇਕ ਸੀ। ਇਹੋ ਜਿਹਾ ਬਚਨ ਕਦੀ ਨਹੀਂ ਉਹਨਾਂ ਨੇ ਵਰਤਿਆ। ਕਹਿਣ ਲੱਗੇ ਕਿ ਦਾਤਾ ਬਸ ਕੇਵਲ ਤਾਂ ਕੇਵਲ ਤੇਰੇ ਚਰਨਾਂ ਵਿੱਚ ਮੈਨੂੰ ਦਰ ਘਰ ਜਿਹੜਾ ਇਹਨਾਂ ਆਪਣਾ ਮਹਿਸੂਸ ਹੁੰਦਾ ਹੈ। ਤੇਰੇ ਚਰਨਾਂ ਦਾ ਆਸਰਾ ਚਾਹੀਦਾ ਹੈ। ਤੇਰੇ ਚਰਨਾਂ ਤੋਂ ਉੱਚਾ ਹੋਰ ਕੋਈ ਨਹੀਂ। ਤੇਰੇ ਚਰਨਾਂ ਦੇ ਨਾਲ ਪ੍ਰੀਤ ਜੁੜ ਗਈ। ਕਿੰਨੇ ਮਥਾਜੀ ਹੋਏ ਸੀ ਭਾਈ ਲਹਿਣਾ ਤੇ ਜਦੋਂ ਮਥਾਜੀ ਹੋ ਗਏ ਮੁਕੰਮਲ ਤੌਰ ਤੇ ਉੱਚਾ ਜੀਵਨ ਹੋ ਗਿਆ। ਗੁਰੂ ਨਾਨਕ ਮਹਾਰਾਜ ਚਰਨਾਂ 'ਚ ਖੁਦ ਆਪ ਝੁਕੇ। ਆਪਣੇ ਮਨ ਦੇ ਵਿੱਚ ਇੱਕ ਗੱਲ ਸੋਚੀਏ ਕਿ ਦਾਤਾ ਸਿੱਖ ਦੇ ਚਰਨਾਂ ਵਿੱਚ ਗੁਰੂ ਜਦੋਂ ਝੁਕਦਾ ਹੋਵੇ ਉਹ ਕੈਸਾ ਸਮਾਂ ਹੋਵੇਗਾ।
ਇੰਨਾ ਉੱਚਾ ਜੀਵਨ ਸਿੱਖ ਦਾ ਹੋ ਜਾਵੇ ਨਾ, ਤੇ ਗੁਰੂ ਫਿਰ ਦੇਖੋ ਆਪਣੇ ਸਿੱਖ ਦੇ ਚਰਨਾਂ ਵਿੱਚ ਝੁਕਦਾ। ਕੋਈ ਵਾਲ ਮੰਗਾ ਨਹੀਂ ਹੁੰਦਾ, ਸਿਰ ਦੇ ਉੱਪਰ ਹੱਥ ਭਾਈ ਲਹਿਣਾ ਜੀ ਦੇ ਚਰਨਾਂ 'ਚ ਝੁਕੇ, ਤੇ ਉਦੋਂ ਤੋਂ ਦੇਖੋ ਜੀ ਗੁਰੂ ਨਾਨਕ ਦੇ ਘਰ ਦੇ ਅੰਗ ਬਣ ਕੇ ਭਾਈ ਲਹਿਣਾ ਜੀ ਗੁਰੂ ਅੰਗਦ ਮਹਾਰਾਜ ਦੇ ਨਾਮ ਦੇ ਨਾਲ ਜਾਣੇ। ਤੱਕੋ ਕਹਿੰਦੇ ਐਸੀ ਸ਼ਖਸੀਅਤ ਸੀ ਧੰਨ ਗੁਰੂ ਨਾਨਕ ਮਹਾਰਾਜ, ਜਿਹੜੇ ਉਹਨਾਂ ਦੇ ਨਾਲ ਰਹੇ ਸੀ ਨਾ, ਉਹ ਅੰਗ ਸੰਗ ਰਹਿ ਕੇ ਵੀ ਦੇਖੋ ਐਸੇ ਬੋਲ ਜਾਣ ਲੱਗੇ ਸੀ। ਜੇ ਨਿੱਘ ਮਾਣਿਆ ਹੀ ਕਿਤੇ ਨਾ ਕਿਤੇ ਭਾਈ ਲਹਿਣਾ ਜੀ ਨੇ, ਤੇ ਉਹਨਾਂ ਦੇ ਜੀਵਨ ਵਿੱਚ ਬਰਕਤਾਂ ਪਈਆਂ। ਜੇ ਨਿੱਘ ਮਾਣਿਆ ਸੀ ਉਸ ਪਿਆਰੇ ਅਮਰ ਸਿੱਖ ਨੇ ਜਿਹੜਾ ਨਾਲ ਸੀ, ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਬੁੱਢਾ ਜੀ ਕਹਿ ਕੇ ਪੁਕਾਰਿਆ ਜਾਂਦਾ ਸੀ। ਗਲਵਕੜੀ ਨਾਲ ਲੱਗੇ ਇਹ ਗੱਲ ਕਹਿ ਦਿੱਤੀ ਸੀ, ਹੋਰਨਾਂ ਤੋਂ ਮੈਂ ਓਲੇ ਹੋਸਾਂ ਪਰ ਬੁੜਿਆ ਤੇਰੇ ਤੋਂ ਕਦੇ ਓਲੇ ਨਾ ਹੋਸਾਂ। ਗੁਰੂ ਨਾਨਕ ਦੇ ਘਰ ਦੀ ਤੇਰੇ ਤੋਂ ਜੋਤ ਕਦੇ ਓਲੇ ਨਾ ਹੋਸੀ। ਆਸ਼ੀਰਵਾਦ ਜਿੱਥੇ ਮਰਜੀ ਹੋਵਾਂਗੇ ਪਰ ਤੇਰੇ ਤੋਂ ਕਦੀ ਓਲੇ ਨਹੀਂ ਹੋਵਾਂਗੇ। ਤੱਕੋ ਕਿਤੇ ਨਾ ਕਿਤੇ ਜਦੋਂ ਧੰਨ ਗੁਰੂ ਅੰਗਦ ਮਹਾਰਾਜ ਗੁਰਤਾ ਗਦੀ ਤੇ ਸੁਭਾਇਮਾਨ ਸੀ, ਤੇ ਸਤਿਗੁਰੂ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਸੇਵਾ ਕਰਦੇ। ਇੱਥੇ ਆਏ ਮਾਤਾ ਭਰਾਈ ਜੀ ਦੇ ਗ੍ਰਹਿ ਵਿਖੇ ਮਾਤਾ ਭਰਾਈ ਜੀ ਨੂੰ ਆ ਕੇ ਬੇਨਤੀ ਕੀਤੀ। ਧੰਨ ਗੁਰੂ ਅੰਗਦ ਮਹਾਰਾਜ ਜੀ ਕਹਿਣ ਲੱਗੇ, ਮਾਈ ਇੱਕ ਬੇਨਤੀ ਹੈ। ਕਹਿਣ ਲੱਗੇ, ਦੱਸੋ ਸਤਿਗੁਰੂ ਪਿਤਾ ਜੀ, ਤੁਸੀਂ ਸਾਡੇ ਦਰ ਤੇ ਚੱਲ ਕੇ ਆਏ। ਕਹਿਣ ਲੱਗੇ, ਅਸੀਂ ਤੁਹਾਡੇ ਘਰ ਵਿੱਚ ਥੋੜਾ ਪਲ ਸਮਾਂ ਬਤੀਤ ਕਰਨਾ ਚਾਹੁੰਦੇ ਆ। ਸਿੱਖ ਸੰਗਤਾਂ ਆ ਕੇ ਪੁੱਛਣਗੀਆਂ ਮੁਤਾਬਲੀਆਂ ਹੋਣ, ਪਰ ਉਹਨਾਂ ਨੂੰ ਦੱਸਿਓ ਨਾ ਕਿ ਗੁਰੂ ਨਾਨਕ ਦਾ ਅਗਲਾ ਵਾਸ ਤੁਹਾਡੇ ਘਰ ਵਿੱਚ ਟਿਕਿਆ ਹੋਇਆ। ਸੰਗਤਾਂ ਉਤਾਵਲੀਆਂ ਜ਼ਰੂਰ ਹੋਈਆਂ, ਕਿਉਂਕਿ ਉਹਨਾਂ ਨੂੰ ਗੁਰੂ ਨਹੀਂ ਸੀ ਦਿਸ ਰਿਹਾ ਕਿ ਅਗਲੇ ਗੁਰੂ ਨਾਨਕ ਦੀ ਜੋਤ ਅਗਲੇ ਵਾਰਸ ਜਿਹੜੇ ਨਜ਼ਰ ਨਹੀਂ ਸੀ ਆ ਰਹੇ, ਉਹਨਾਂ ਦਰਸ਼ਨ ਕਰਨੇ ਸੀ, ਦੀਦਾਰ ਕਰਨੇ ਸੀ। ਜਿਹੜਾ ਸਿੱਖ ਅੰਦਰੋਂ ਧੁਰ ਤੋਂ ਜੁੜਿਆ ਹੋਵੇ ਨਾ, ਜਿਹੜਾ ਅੰਦਰੋਂ ਪਿਆਰ ਕਰਦਾ ਹੋਵੇ ਸਤਿਗੁਰੂ ਨੂੰ, ਕਿਤੇ ਨਾ ਕਿਤੇ ਇੱਕ ਦਿਨ ਗੁਰੂ ਦੇ ਦੀਦਾਰ ਨਾ ਹੋਣ, ਗੁਰੂ ਦੇ ਦਰਸ਼ਨ ਨਾ ਹੋਣ, ਉਹ ਅੰਦਰੋਂ ਕਿੰਨੀ ਖਿੱਚ ਜਿਹੜੀ ਮਹਿਸੂਸ ਕਰਦਾ ਹੈ ਕਿ ਦਾਤਾ ਅਸੀਂ ਭਾਗਾਂ ਤੋਂ ਹੀ ਨਹੀਂ ਹੋ ਗਿਆ ਜੇ ਤੇਰੇ ਦੀਦਾਰ ਨਹੀਂ ਹੋਇਆ, ਜਿਸ ਸੰਗਤ ਦੇ ਵਿੱਚ ਜਾਇਆ ਕਰ। ਬੰਦੇ ਨੂੰ ਵਕਾਰਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਉਹ ਵਕਾਰ ਭੜਕਾਉਂਦੇ ਨੇ ਨਾ, ਕਿ ਤੇਰੇ ਕਾਰਨ ਅਸੀਂ ਗੁਰੂ ਦੀ ਸੰਗਤ ਨੂੰ ਧਾਰਨ ਨਹੀਂ ਕੀਤਾ। ਵਕਾਰਾਂ ਨੂੰ ਅਸੀਂ ਜਿਹੜਾ ਇਹਨਾਂ ਫਿਰ ਚੇਤੇ ਕਰਕੇ ਉਹਨਾਂ ਨੂੰ ਭੈੜੀ ਨਸੀਹਤਾਂ ਵਿੱਚ ਦੇਖੀਏ, ਤੇ ਫਿਰ ਪਤਾ ਲੱਗੇਗਾ ਕਿ ਵਕਾਰ ਕਿੱਥੇ ਨੇ ਤੇ ਗੁਰੂ ਦੀ ਕਿਰਪਾ ਕਿੱਥੇ। ਵਕਾਰਾਂ ਕਰਕੇ ਗੁਰੂ ਦੀ ਸੰਗਤ ਤੋਂ ਦੂਰ ਹੁੰਦੇ ਆ। ਜਦੋਂ ਬੰਦਾ ਮਨਮੁਖੀ ਬਿਰਤੀ ਧਾਰਨ ਕਰਦਾ, ਜਿਹੜਾ ਗੁਰਮੁਖ ਗੁਰੂ ਨਾਲ ਪਿਆਰ ਕਰਦਾ ਹੈ, ਭਾਵੇਂ ਕਿਸੇ ਪ੍ਰਕਾਰ ਦਾ ਕੰਮ ਕਿੰਨਾ ਵੀ ਵੱਡਾ ਹੋਵੇ, ਉਹ ਵੀ ਛੱਡ ਕੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਜਾਂ ਜਿੱਥੇ ਵੀ ਕੋਈ ਬਿਜ਼ਨਸ ਚਾਹੇ ਕੋਈ ਕੰਮ ਚਾਹੇ ਕਿੱਤਾ ਕਰਦਾ ਹੋਵੇ, ਉੱਥੇ ਗੁਰੂ ਨੂੰ ਮਹਿਸੂਸ ਕਰਕੇ ਯਾਦ ਕਰਦਾ ਹੈ ਕਿ ਦਾਤਾ ਮੈਂ ਤੇਰੇ ਚਰਨਾਂ ਵਿੱਚ ਆਪਣਾ ਮਨ ਗੁਰੂ ਕਹਿੰਦਾ। ਐਸੀ ਸ਼ਖਸੀਅਤ ਦੇ ਮਾਲਕ ਸੀ ਬਾਬਾ ਬੁੱਢਾ ਸਾਹਿਬ। ਜਿੱਥੇ ਸੇਵਾ ਵਿੱਚ ਲਾ ਦੇਣਾ, ਉੱਥੇ ਹੀ ਉਹਨਾਂ ਨੇ ਧੰਨ ਗੁਰੂ ਨਾਨਕ ਮਹਾਰਾਜ ਨੂੰ ਉਚਾਰਨਾ, ਚਾਹੇ ਦੂਸਰੀ ਵਾਰ ਸਾਨੂੰ ਚੇਤੇ ਕਰਨਾ ਧੰਨ ਗੁਰੂ ਅੰਗਦ ਮਹਾਰਾਜ। ਬਾਬਾ ਬੁੱਢਾ ਸਾਹਿਬ ਜੀ ਦਾ ਵੀ ਗਲਵਕੜੀ ਦੇ ਨਾਲ ਲੱਗਣ ਦਾ ਕਾਰਨ ਕੀ ਸੀ? ਕਹਿੰਦੇ ਨਾ ਕਿ ਜਦੋਂ ਕਿਤੇ ਨਾ ਕਿਤੇ ਅਸੀਂ ਬਿਜਲੀ ਦਾ ਕਰੰਟ ਤੱਕਣਾ ਹੋਵੇ ਤੇ ਪਲੱਗ ਜਿੰਨਾ ਚਿਰ ਤਾਰ ਨਾ ਲੱਗੇ ਉਹਨਾਂ ਚਿਰ ਕਰੰਟ ਨਹੀਂ ਮਿਲਦਾ। ਗੁਰੂ ਨਾਨਕ ਦੀ ਸ਼ਾਦੀ ਦਾ ਨਿੱਘ ਮਾਣਿਆ ਸੀ। ਬਾਬਾ ਬੁੱਢਾ ਸਾਹਿਬ ਨੂੰ ਵੀ ਇਹ ਪਤਾ ਹੁੰਦਾ ਸੀ, ਜਿੱਥੇ ਮਰਜ਼ੀ ਵਿਚਰਦੇ ਸੀ ਨਾ, ਕਿ ਦੱਸ ਕੇ ਵੀ ਨਹੀਂ ਸੀ ਜਾਂਦੇ ਗੁਰੂ ਕਿੱਥੇ ਵਿਚਰ ਰਹੇ ਨੇ, ਪਰ ਫਿਰ ਵੀ ਪਤਾ ਸੀ ਕਿ ਗੁਰੂ ਕਿੱਥੇ ਕਰਤਾਰਪੁਰ ਦੀ ਧਰਤੀ। ਸਿੱਖ ਸੰਗਤਾਂ ਉਤਾਵਲੀਆਂ ਹੋਈਆਂ ਕਿ ਗੁਰੂ ਅੰਗਦ ਮਹਾਰਾਜ ਜੀ ਦੇ ਦੀਦਾਰ ਕਰਨ ਲਈ ਖਡੂਰ ਸਾਹਿਬ ਦੀ ਧਰਤੀ ਤੇ ਵਸੇਬਾ ਕੀਤਾ। ਮਾਤਾ ਭਰਾਈ ਦੇ ਗ੍ਰਹਿ ਵਿੱਚ ਕਵਾੜ ਕਹਿ ਦਿੱਤਾ, ਮਾਤਾ ਨੂੰ ਬੰਦ ਕਰ ਦਿਓ ਜੇ, ਅੰਦਰੋਂ ਕੁੰਡੀ ਲਾ ਲਈ ਹੈ ਸਤਿਗੁਰੂ ਗੁਰੂ ਅੰਗਦ ਮਹਾਰਾਜ ਜੀ ਨੇ, ਤੇ ਮਾਤਾ ਜੀ ਬਾਹਰ ਪਹਿਰਾ ਦੇ ਰਹੇ ਨੇ ਕਿ ਕੋਈ ਆ ਕੇ ਪੁੱਛੇ, ਮੈਂ ਕਹਾਂਗੀ ਕਿ ਮੇਰੇ ਘਰ ਵਿੱਚ ਗੁਰੂ ਅੰਗਦ ਮਹਾਰਾਜ ਨਹੀਂ ਆਏ। ਉਹਨਾਂ ਗੁਰੂ ਦਾ ਬੋਲ ਮੰਨਣਾ ਸੀ ਮਾਤਾ। ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਖਦੀਆਂ ਨੇ, ਉਸ ਕੁਤਬੀ ਸਿਤਾਰੇ ਨੂੰ ਤੱਕਿਆ, ਕਹਿਣ ਲੱਗੀਆਂ ਜਾ ਕੇ ਹੁਣ ਆਪ ਹੀ ਤਾਂ ਹੋ ਕਿ ਜਿਹੜੇ ਗੁਰੂ ਨਾਨਕ ਦੀ ਅਗਲੀ ਜੋਤ ਪਹਿਚਾਣ ਸਕਦੇ। ਬਾਬਾ ਬੁੱਢਾ ਸਾਹਿਬ ਜੀ ਆਗੂ ਹੋ ਕੇ, ਆਗੂ ਬਣ ਕੇ ਇੱਧਰ ਖਡੂਰ ਸਾਹਿਬ ਦੀ ਧਰਤੀ ਤੇ ਆਏ। ਮਾਤਾ ਭਰਾਈ ਨੇ ਪੁੱਛਣ ਲੱਗੇ, ਕਹਿਣ ਲੱਗੇ, ਮਾਤਾ ਜੀ ਧੰਨ ਗੁਰੂ ਅੰਗਦ ਮਹਾਰਾਜ ਨੂੰ ਦੇਖਿਆ ਨਹੀਂ, ਗੁਰੂ ਨਾਨਕ ਦੀ ਅਗਲੀ ਜੋਤ। ਮਾਤਾ ਭਰਾਈ ਨੇ ਕਹਿਣ ਲੱਗੇ, ਗੁਰਮੁਖਾ ਤੈਨੂੰ ਪਤਾ ਜ਼ਰੂਰ ਹੈ, ਮੈਨੂੰ ਪਤਾ ਹੈ ਕਿ ਗੁਰੂ ਨਾਨਕ ਦੀ ਸ਼ਾਦੀ ਦਾ ਨਿੱਘ ਮਾਣ ਬਾਬਾ ਬੁੱਢਾ ਸਾਹਿਬ ਜੀ ਨੇ ਮਾਈ ਦੀ ਬੇਨਤੀ ਨੂੰ ਪ੍ਰਵਾਨ ਕਰ ਸਿੱਖ ਸੰਗਤਾਂ ਦੇ ਆਗੂ ਬਣ ਕੇ ਗੱਲ ਕਹੀ, ਕਹਿਣ ਲੱਗੇ, ਸੰਗਤੀ ਰੂਪ ਵਿੱਚ ਬੈਠ ਜਾਓ।
ਤੇ ਇਹ ਬਚਨ ਜਿਹੜੇ ਬੋਲੇ, ਵੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾਂ ਨਾਉ। ਇਹ ਬਚਨ ਪੜੇ ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ, ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾਮ। ਜਦੋਂ ਇਹ ਬਚਨ ਪੜੇ, ਸਤਿਗੁਰੂ ਗੁਰੂ ਅੰਗਦ ਮਹਾਰਾਜ ਅੰਦਰੋਂ ਕਵਾੜ ਖੋਲ ਕੇ ਆਪ ਖੁਦ ਜਿਹੜੇ ਸੰਤਾਂ ਦੇ ਸਾਹਮਣੇ ਆ ਗਏ। ਬਾਬਾ ਬੁੱਢਾ ਸਾਹਿਬ ਜੀ ਝੁਕੇ ਗੁਰੂ ਅੰਗਦ ਮਹਾਰਾਜ ਜੀ ਦੇ ਚਰਨਾਂ 'ਚ ਕਹਿਣ ਲੱਗੇ, ਦਾਤਾ ਸੰਗਤਾਂ ਉਤਾਵਲੀਆਂ ਹੋਈਆਂ ਸੀ, ਮੈਂ ਤਾਂ ਇੱਥੋਂ ਤੱਕ ਆਪ ਜੀ ਦੇ ਬੋਲਾਂ ਨੂੰ ਯਾਦ ਕੀਤਾ, ਤੁਸੀਂ ਅੰਦਰੋਂ ਬਾਹਰ ਆ ਕੇ ਤੱਕ ਜਿਹੜੇ ਸੰਤਾਂ ਨੂੰ ਦੀਦਾਰ ਬਖਸ਼ੋ। ਗੁਰੂ ਅੰਗਦ ਮਹਾਰਾਜ ਜੀ ਨੇ ਉਸ ਸਿੱਖ ਨੂੰ ਇੱਕ ਬਚਨ ਕਹੇ ਸੀ, ਬੜੇ ਡੂੰਘੇ ਨੇ। ਕਹਿਣ ਲੱਗੇ, ਸਿੱਖਾ ਬੜਾ ਇੱਥੋਂ ਤੱਕ ਤੇਰਾ ਜੀਵਨ ਉੱਚਾ ਹੈ, ਬਰਕਤਾਂ ਗੁਰੂ ਕਿਵੇਂ ਦਿੰਦਾ ਹੈ। ਅਸੀਂ ਬਚਨ ਪੜ੍ਹਿਆ ਹੈ, ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਿਹਨੇ ਗੁਰੂ ਨੂੰ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਕੀਤਾ। ਇਹਨਾਂ ਭਾਵੇਂ ਦਰ ਦਰ ਤੇ ਭਟਕਦਾ ਸੀ, ਪਰ ਕਿਤੇ ਗੁਰੂ ਬਣਿਆ, ਸਿੱਖਿਆ ਦਿੰਦਾ ਸੀ। ਤੇ ਅੱਜ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਅੰਗਦ ਮਹਾਰਾਜ ਬਰਕਤਾਂ ਦਿੰਦੇ ਸੀ। ਕਹਿੰਦੇ ਕਿ ਉਹ ਤੂੰ ਸਿੱਖ ਹੈ ਕਿ ਤੈਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਇਹੋ ਜਿਹੀ ਯੁਕਤ ਦੱਸ ਦਿੱਤੀ ਕਿ ਜਿਹੜੀ ਮੈਨੂੰ ਬਣੀ ਸੀ ਦੱਸੀ, ਕਿ ਅਗਲੀ ਜੋਤ ਦਾ ਜਿਹੜਾ ਵੀ ਵਾਰਸ ਹੋਵੇ ਨਾ, ਅਗਲੀ ਜੋਤ ਤੇ ਜਿਹੜਾ ਵੀ ਕਿਤੇ ਨਾ ਕਿਤੇ ਸੁਭਾਏਮਾਨ ਹੋਵੇ, ਗੁਰੂ ਉਹਨੂੰ ਇੱਥੋਂ ਤੱਕ ਅੰਦਰ ਵੀ ਹੋਵੇ, ਉਹਦੇ ਅੰਦਰ ਦੀਆਂ ਕਵਾੜ ਦੀਆਂ ਕੁੰਡੀਆਂ ਖੇਵੇਂ ਖਿਲਾਉਣੀਆਂ ਨਹੀਂ। ਉਹ ਵੀ ਜੁਗਤ ਤੈਨੂੰ ਗੁਰੂ ਨਾਨਕ ਮਹਾਰਾਜ ਦੱਸ ਤੱਕੋ। ਬਾਹਰ ਬਾਬਾ ਬੁੱਢਾ ਸਾਹਿਬ ਜੀ ਤੇ ਕਵਾੜ ਜਿਹੜਾ ਖੋਲ ਕੇ ਗੁਰੂ ਅੰਗਦ ਮਹਾਰਾਜ ਜੀ ਆਪ ਬਾਹਰ ਆਏ। ਕਹਿਣਗੇ ਐਸੀ ਜੁਗਤ ਦੱਸ ਗਏ ਕਿ ਅੰਦਰ ਦੀਆਂ ਕੁੰਡੀਆਂ ਵੀ ਖੜਕਾਉਣੀਆਂ ਕਿਵੇਂ। ਗੁਰੂ ਨਾਨਕ ਮਹਾਰਾਜ ਜੀ ਦੱਸ ਤੁਹਾਨੂੰ ਦੱਸ ਕਿੰਨੀ ਵੱਡੀ ਇੱਥੋਂ ਤੱਕ ਮਹਾਨ ਵਡਿਆਈਆਂ ਜਿਹੜੀਆਂ ਇਹਨਾਂ ਗੁਰੂ ਅੰਗਦ ਮਹਾਰਾਜ ਜੀ ਨੇ ਉਸ ਸ਼ਖਸੀਅਤ ਨੂੰ ਦਿੱਤੀ। ਇਸੇ ਬਾਬਤ ਕਹਿੰਦੇ ਗੁਰੂ ਅੰਗਦ ਮਹਾਰਾਜ ਨਿਆਸਿਆਂ ਨੂੰ ਆਸਰਾ, ਨਿਮਾਣਿਆਂ ਨੂੰ ਮਾਣ ਜਿਹੜਾ ਇਹਨਾਂ ਦਿੰਦੇ ਰਹੇ। ਸਿੱਖ ਸੰਗਤਾਂ ਦੇਖੋ ਜੀ ਸਾਹਿਬ ਦੇ ਚਰਨਾਂ ਵਿੱਚ ਝੁਕ ਕਰਕੇ ਕਿੰਨੀ ਸੇਵਾ ਦੇ ਵਿੱਚ ਯਤਨਸ਼ੀਲ ਰਹੇ ਸੀ। ਇੰਨੀਆਂ ਸੇਵਾਵਾਂ ਵਿੱਚ ਯਤਨਸ਼ੀਲ ਰਹਿਣਾ ਕਹਿੰਦੇ ਇਹ ਇੱਥੋਂ ਤੱਕ ਉੱਚੇ ਜੀਵਨ ਵਾਲਾ ਇੱਥੋਂ ਤੱਕ ਆਪਣੇ ਚਰਨਾਂ ਦੀ ਥਾਂ ਦੇਵੇ ਤੇ ਨੀਵਿਆਂ ਨੂੰ ਉੱਚਾ ਕਰਦਾ। ਜਿਹਦੇ ਜੀਵਨ ਵਿੱਚ ਕਿਤੇ ਨਾ ਕਿਤੇ ਨਾਮ ਬਾਣੀ ਦਾ ਅਭਿਆਸ ਹੋਵੇ, ਨਾਮ ਬਾਣੀ ਦੀ ਵਡਿਆਈ ਹੋਵੇ, ਤੇ ਉਹ ਨੀਵਿਆਂ ਨੂੰ ਉੱਚੇ ਕਰਦਾ। ਉਹਨਾਂ ਦੇ ਜੀਵਨ ਵਿੱਚ ਬਰਕਤ ਤੇ ਭਾਗਾਂ ਵਾਲੇ ਪੁਰਖੋ ਇੱਕ ਜਿਹੜੀ ਹੈ ਨਾ, ਇਹਨਾਂ ਦੇ ਜੀਵਨ ਵਿੱਚੋਂ ਸਾਨੂੰ ਸਿਹਤ ਪ੍ਰਾਪਤ ਹੁੰਦੀ ਹੈ। ਅਸੀਂ ਇੱਥੋਂ ਤੱਕ ਬਹੁਤ ਮਹਾਨ ਜਿਹੜੀਆਂ ਨਾ ਆਪਣੇ ਅੰਦਰ ਵਡਿਆਈਆਂ ਤੇ ਇੱਥੋਂ ਤੱਕ ਗੁਰੂ ਘਰ ਦੀਆਂ ਕਿਰਪਾਵਾਂ ਪ੍ਰਾਪਤ ਕਰਦੇ ਹਾਂ। ਪਰ ਇੱਕ ਜਿਹੜੀ ਨਾ ਇਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਸੇਧ ਮਿਲਦੀ ਹੈ ਕਿ ਦਰ ਦਰ ਦੀਆਂ ਠੋਕਰਾਂ, ਦਰ ਦਰ ਦੇ ਤੋਂ ਤੱਕ ਥਾਵਾਂ ਤੇ ਭਟਕਣ ਦੇ ਨਾਲੋਂ ਸੱਚੇ ਇੱਕ ਅਕਾਲ ਪੁਰਖ ਦੇ ਪੁਜਾਰੀ ਹੋ ਜਾਈਏ ਕਿ ਗੁਰੂ ਕਿਰਪਾ ਕਰੇ, ਰਹਿਮਤ ਕਰੇ। ਜਦੋਂ ਅਸੀਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹ ਕੇ ਸ਼ਬਦ ਦਾ ਗਿਆਨ ਤੇ ਸ਼ਬਦ ਦੇ ਰਸ ਨੂੰ ਮਾਣਦੇ ਹਾਂ ਨਾ, ਤੇ ਉਹ ਜੀਵਨ ਵਿੱਚ ਐਸੀ ਜੁਗਤ ਦਿੰਦੇ ਨੇ ਕਿ ਸੋਭਾ ਵੀ ਉੱਚੀ ਹੈ ਤੇ ਗੁਰੂ ਵੱਲੋਂ ਦਿੱਤਾ ਹੋਇਆ ਮਾਣ ਵੀ ਇੱਥੋਂ ਤੱਕ ਮਿਲਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਉਹਦੇ ਮਾਰਗ ਦਾ ਪਾਂਧੀ ਬਣ ਜਾਵੇਗਾ ਤੇ ਪਾਤਸ਼ਾਹ ਕਹਿੰਦੇ ਨੇ ਕਿ ਫਿਰ ਉਹਦੀ ਸੋਭਾ ਸੰਸਾਰ ਵੀ ਕਰਦਾ ਹੈ ਤੇ ਸਤਿਗੁਰੂ ਖੁਦ ਆਪ ਕਰਦੇ ਨੇ। ਉਹ ਬਚਨ ਐਸੇ ਨੇ ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਕਿ ਜਦੋਂ ਕਿਤੇ ਨਾ ਕਿਤੇ ਗੁਰੂ ਕਿਰਪਾ ਕਰੇ, ਆਪਣੇ ਨਾਲ ਮੇਲ ਕਰਾ ਲਵੇ ਨਾ, ਤੇ ਗੁਰੂ ਤੋਂ ਜੀਵਨ ਵਿੱਚ ਰਹਿਮਤਾਂ ਪਾ ਦੇਵੇ। ਤੇ ਭਾਗਾਂ ਵਾਲੇ ਪੁਰਖੋ ਕਿਤੇ ਨਾ ਕਿਤੇ ਆਪਣੇ ਜੀਵਨ ਵਿੱਚ ਇਸੇ ਤਰ੍ਹਾਂ ਹੀ ਧੰਨ ਸ਼੍ਰੀ ਗੁਰੂ ਅੰਗਦ ਮਹਾਰਾਜ ਜੀ ਦੀਆਂ ਰਹਿਮਤਾਂ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਬਰਕਤਾਂ ਜਿਹੜੀਆਂ ਇਹਨਾਂ ਕੋਲ ਬੋਲਦੇ ਰਹੀਏ। ਉਹਨਾਂ ਦੀਆਂ ਬਰਕਤਾਂ ਦੇ ਸਦਕਾ ਹੀ ਅਸੀਂ ਜੀਵਨ ਬਤੀਤ ਕਰ ਰਹੇ ਹਾਂ ਤੇ ਉਹਨਾਂ ਦੀ ਰਹਿਮਤ ਦੇ ਸਦਕਾ ਕਿਤੇ ਨਾ ਕਿਤੇ ਅਸੀਂ ਨਾਮ ਬਾਣੀ ਦੇ ਅਭਿਆਸ ਕਰਦੇ। ਜਦੋਂ ਵੀ ਕਿਤੇ ਨਾ ਕਿਤੇ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਯਤਨਸ਼ੀਲ ਕਰਦੇ ਹਾਂ ਨਾ, ਇੱਕ ਜਿਹੜੀ ਖਵਾਇਸ਼ ਆਪਣੇ ਅੰਦਰ ਅਦਾ ਕਰਿਆ ਕਰੀਏ ਕਿ ਸਤਿਗੁਰੂ ਦਾਤਾ, ਜਦੋਂ ਅਸੀਂ ਤੇਰੀ ਬਾਣੀ ਨੂੰ ਪੜ੍ਹਦੇ ਹਾਂ, ਇੱਕ ਮੈਂ ਬੇਨਤੀ ਕਰਨੀ ਹੈ, ਜ਼ਰੂਰ ਇਸ ਬੇਨਤੀ ਨੂੰ ਪ੍ਰਵਾਨ ਕਰੋ ਕਿ ਜਦੋਂ ਵੀ ਅਸੀਂ ਤੁਹਾਡੀ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨ ਦੇ ਸਮੇਂ ਇੰਨੇ ਕੁ ਉੱਚੇ ਹੋ ਜਾਈਏ, ਇੰਨੇ ਕੁ ਸੁੱਚੇ ਹੋ ਜਾਈਏ, ਐਕਟਿਵ ਹੋ ਕੇ ਸਾਹਿਬ ਦੇ ਚਰਨਾਂ ਵਿੱਚ ਬੈਠਿਆ ਕਰੀਏ ਕਿ ਦਾਤਾ ਤੂੰ ਸਾਡੇ ਸਾਹਮਣੇ ਆ ਤੇ ਸਾਡਾ ਭੈ ਇੱਥੋਂ ਤੱਕ ਤੈਨੂੰ ਨਹੀਂ ਗਾ, ਪਰ ਤੇਰਾ ਭੈ ਸਾਨੂੰ। ਸਾਡਾ ਭੈ ਤੈਨੂੰ ਨਹੀਂ, ਪਰ ਤੇਰਾ ਭੈ ਜਿਹੜਾ ਅਸੀਂ ਆਪਣੇ ਜੀਵਨ ਵਿੱਚ ਕਬੂਲ ਲਈਏ। ਕਿਤੇ ਨਾ ਕਿਤੇ ਤੱਕਿਓ, ਧੀ ਕਿਤੇ ਆਪਣੇ ਸਹੁਰੇ ਘਰ ਜਾਵੇ ਨਾ, ਜਦੋਂ ਰਸੋਈ ਦੇ ਵਿੱਚ ਪਹਿਲਾ ਕਦਮ ਹੁੰਦਾ ਹੈ ਧੀ ਦਾ, ਤੇ ਕਿੰਨਾ ਇੱਥੋਂ ਤੱਕ ਡਰ ਡਰ ਕੇ ਉਹ ਕੰਮ ਕਰਦੀ ਹੈ। ਕਿਉਂ? ਪਤਾ ਹੁੰਦਾ ਹੈ ਕਿ ਸਹੁਰੇ ਪਰਿਵਾਰ ਵਿੱਚ ਮੇਰੀ ਕੋਈ ਨਰਾਦਰੀ ਨਾ ਹੋਵੇ। ਇਸੇ ਤਰ੍ਹਾਂ
ਸਤਿਗੁਰੂ ਦੇ ਚਰਨਾਂ ਵਿੱਚ ਬੈਠਦੇ ਆ, ਚਾਹੇ ਸਤਿਗੁਰੂ ਦੀ ਬਾਣੀ ਪੜ੍ਹਦੇ, ਹੱਥ ਵਿੱਚ ਗੁਟਕਾ ਸਾਹਿਬ ਹੋਵੇ ਨਾ, ਇੰਨੇ ਕੋ ਐਕਟਿਵ ਹੋ ਜਾਇਆ ਕਰੀਏ ਕਿ ਸੁਰਤ ਨੀਵੀਂ ਕਾਇਮ ਹੋ ਜਾਵੇ ਕਿ ਸਾਹਮਣੇ ਜਿਸ ਅਸੀਂ ਗੁਰੂ ਦੀ ਬਾਣੀ ਪੜ੍ਹ ਰਹੇ ਆ, ਉਹ ਸਾਡੇ ਗੁਰੂ ਸਾਹਮਣੇ ਬੈਠੇ ਨੇ, ਉਹ ਸਾਨੂੰ ਗੱਲਾਂ ਦੱਸ ਰਹੇ ਨੇ, ਉਹ ਬਚਨ ਦੱਸ ਰਹੇ ਨੇ, ਉਹ ਗੋਸ਼ਟ ਅਸੀਂ ਉਹਦੇ ਨਾਲ ਕਰ ਰਹੇ ਆ ਤੇ ਉਹਦੇ ਬਚਨਾਂ ਨੂੰ ਕਬੂਲ ਕਰ ਲਈ। ਤੇ ਕਈ ਵਾਰੀ ਨਾ ਜਦੋਂ ਅਸੀਂ ਭਟਕਦੇ ਹਾਂ, ਭੁਲੇਖੇ ਖਾਂਦੇ ਹਾਂ, ਥਾਂ ਥਾਂ ਤੋਂ ਇੱਥੋਂ ਤੱਕ ਸਾਡਾ ਮਨ ਨਹੀਂ ਟਿਕਦਾ, ਯਤਨਸ਼ੀਲ ਨਹੀਂ ਹੁੰਦੇ, ਐਕਟਿਵ ਸਾਡਾ ਸਰੀਰ ਨਹੀਂ ਹੁੰਦਾ। ਇੱਕ ਇਹ ਵਿਚਾਰ ਸੋਚਦੇ ਨਾਲ ਰਿਹਾ ਕਰੀਏ ਕਿ ਭਟਕ ਰਹੇ ਹਾਂ, ਥੋੜਾ ਥੋੜਾ ਸਾਡੇ ਅੰਦਰ ਭਟਕਣਾ ਪਵੇ, ਸਿੱਧੇ ਸਾਵਧਾਨ ਹੋ ਕੇ ਐਕਟਿਵ ਹੋ ਕੇ ਗੁਰੂ ਨੂੰ ਇੱਥੋਂ ਤੱਕ ਪ੍ਰਾਪਤ ਕਰਾਂਗੇ। ਗੁਰੂ ਖੁਸ਼ ਹੁੰਦਾ ਹੈ, ਗੁਰੂ ਰਹਿਮਤਾਂ ਬਰਸਾਉਂਦੇ, ਗੁਰੂ ਕਿਰਪਾ ਕਰ। ਖਾਸ ਕਰ ਜਦੋਂ ਸਾਹਿਬ ਦੇ ਚਰਨਾਂ 'ਚ ਬੈਠੇ ਹੁੰਦੇ ਆ, ਭੈ ਲੈ ਕੇ ਐਕਟਿਵ ਹੋ ਕੇ ਸਾਹਿਬ ਦੇ ਚਰਨਾਂ ਵਿੱਚ ਬੈਠਾਂਗੇ ਤੇ ਸਤਿਗੁਰੂ ਆਨੰਦ ਪਿਆਰ ਪ੍ਰੇਮ ਜਿਹੜਾ ਇਹਨਾਂ ਦਾ ਕਰਨਗੇ। ਸੋ ਆਪ ਸਾਰੀ ਹੀ ਸਮੂਹ ਸਾਧ ਸੰਗਤ ਨੂੰ ਦੂਸਰੇ ਪਿਤਾ ਸਿੱਖ ਜਗਤ ਦੇ ਗੁਰੂ ਧੰਨ ਸ਼੍ਰੀ ਗੁਰੂ ਅੰਗਦ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਿੰਨੀਆਂ ਵੀ ਆਪ ਸੰਗਤਾਂ ਸ਼੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਵਿਸ਼ਾਲੀ ਨਗਰ ਵਿਖੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ, ਆਪ ਜੀ ਦਾ ਘਰ ਵਿੱਚੋਂ ਪੁੱਟਿਆ ਹੋਇਆ ਕੱਲਾ ਕੱਲਾ ਕਦਮ ਦਾਸ ਦੇ ਸਿਰ ਮੱਥੇ ਪ੍ਰਵਾਨ ਹੋਵੇ। ਸਤਿਗੁਰੂ ਆਪ ਜੀ ਦੇ ਪੁੱਟੇ ਹੋਏ ਕਦਮ ਨੂੰ ਆਪਣੇ ਚਰਨਾਂ ਵਿੱਚ ਦਰ ਪ੍ਰਵਾਨ ਕਰਨ, ਦਰੋਂ ਘਰੋਂ ਵਡਿਆਈਆਂ ਪਿਆਰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਜੀ। ਇੱਥੇ ਵਿਚਾਰ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਆਪ ਪਿਆਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ। ਛੋਟਾ ਅਣਜਾਣ ਅਗਿਆਨੀ ਬੱਚਾ ਸਮਝ ਕੇ ਮਾਫ ਕਰਿਓ। ਸਾਹਿਬ ਦੇ ਚਰਨਾਂ ਵਿੱਚ ਜੁੱਟ ਕੇ ਬੈਠੇ ਹਾਂ, ਸਾਰੇ ਘਰਾਂ ਦੇ ਵਿੱਚੋਂ ਸਮਾਂ ਕੱਢ ਕੇ ਆਏ, ਕੋਈ ਰਸਨਾ ਖਾਲੀ ਵਾਂਝੀ ਨਾ ਰਵੇ, ਸੰਗਣ ਦੀ ਲੋੜ ਕੋਈ ਨਹੀਂ ਹੈ। ਨੇਤਰ ਕਰੋ ਬੰਦ, ਸੀਸ ਝੁਕਾ ਕੇ ਰਸਨਾ ਤੋਂ ਕਰੋ ਉਚਾਰਨ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।